ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਏਹੀ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਛਲੇਰੇ ਦਿਨਾਂ ਦੇ ਵਿੱਚ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। 13 ਅਪ੍ਰੈਲ 1837 ਈਸਵੀ ਨੂੰ ਹਰੀ ਸਿੰਘ ਨਲਵਾ ਜਬਰਾਂਦ ਦੇ ਕਿਲੇ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦਾ ਹੈ ਅਤੇ ਇਸ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ 1838 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਜਾਂਦਾ ਹੈ। 26 ਜੂਨ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਆਪਣਾ ਅਖੀਰਲਾ ਦਰਬਾਰ ਲਾਉਂਦਾ ਹੈ ਅਤੇ 27 ਜੂਨ 1839 ਈਸਵੀ ਨੂੰ ਬਹੁਤ ਜ਼ਿਆਦਾ ਬਿਮਾਰ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਚਲਾਣਾ ਕਰ ਜਾਂਦਾ ਹੈ। ਇੱਥੋਂ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਜੂਨ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਿਆ। ਕਿਸੇ ਵਿਦਵਾਨ ਨੇ ਬਹੁਤ ਵਧੀਆ ਲਿਖਿਆ ਹੈ ਕਿ ਸਹੀ ਅਰਥਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਨਹੀਂ ਕੀਤਾ, ਸਗੋਂ ਸਿੱਖ ਰਾਜ ਦਾ ਜੋ ਸੂਰਜ ਸੀ ਉਹ ਛਿਪ ਚੁੱਕਿਆ ਹੈ। ਇਸ ਤੋਂ ਬਾਅਦ ਸਿੱਖ ਹਨ ਉਹ ਬਹੁਤਾ ਸਮਾਂ ਸਿੱਖ ਰਾਜ ਨੂੰ ਸੰਭਾਲ ਨਹੀਂ ਸਕੇ। ਧਿਆਨ ਸਿਉ ਡੋਗਰਾ, ਗੁਲਾਬ ਸਿਉ ਡੋਗਰਾ, ਚੇਤ ਸਿਉ ਡੋਗਰਾ, ਇਹਨਾਂ ਤਿੰਨ ਵਿਅਕਤੀਆਂ ਨੇ ਬਹੁਤ ਜ਼ਿਆਦਾ ਗਦਾਰੀਆਂ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਖਤਮ ਕੀਤਾ। ਧਿਆਨ ਸਿਉ ਡੋਗਰਾ ਅਤੇ ਗੁਲਾਬ ਸਿਉ ਡੋਗਰੇ ਨੇ, ਸੁਚੇਤ ਸਿਉ ਡੋਗਰੇ ਨੇ ਆਪਣੇ ਵਿੱਚ ਸਲਾਹ ਕੀਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਬ ਸਿਉ ਡੋਗਰਾ ਜੰਮੂ ਕਸ਼ਮੀਰ ਇਸ ਇਲਾਕੇ ਦਾ ਬਾਦਸ਼ਾਹ ਕਹਿਲਾਵੇਗਾ ਅਤੇ ਲਾਹੌਰ ਦਰਬਾਰ ਦੇ ਵਿੱਚ ਧਿਆਨ ਸਿਉ ਡੋਗਰੇ ਦਾ ਜਿਹੜਾ ਪੁੱਤਰ ਹੈ ਹੀਰਾ ਸਿਉ ਉਹ ਬਾਦਸ਼ਾਹ ਬਣ ਜਾਵੇਗਾ। ਇਹਨਾਂ ਨੇ ਆਪਸ ਦੇ ਵਿੱਚ ਸਲਾਹ ਕਰ ਲਈ। ਲਾਹੌਰ ਦਰਬਾਰ ਦੇ ਉੱਪਰ ਧਿਆਨ ਸਿਉ ਡੋਗਰਾ ਚਾਹੁੰਦਾ ਹੈ ਮੇਰਾ ਪੁੱਤਰ ਹੀਰਾ ਸਿਉ ਇਹ ਬਾਦਸ਼ਾਹ ਬਣੇ। ਇੱਕ ਮੈਂ ਬੇਨਤੀ ਹੋਰ ਇਹ ਵੀ ਕਰ ਦੇਵਾਂ, ਧਿਆਨ ਸਿਉ ਡੋਗਰੇ ਨੇ ਆਪਣੇ ਪੁੱਤਰ ਹੀਰੇ ਸਿਉ ਡੋਗਰੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਜ਼ਿਆਦਾ ਨੇੜੇ ਰੱਖਿਆ ਸੀ। ਮਹਾਰਾਜਾ ਰਣਜੀਤ ਸਿੰਘ ਧਿਆਨ ਸਿਉ ਡੋਗਰੇ ਦੇ ਬੱਚੇ ਨੂੰ ਹੀਰਾ ਸਿਉ ਨੂੰ ਬੱਚੜੀ ਕਹਿ ਕੇ ਬੁਲਾਇਆ ਕਰਦਾ ਸੀ ਅਤੇ ਸ਼ਾਮ ਦੇ ਵਕਤ ਇਹਦੇ ਸਿਰਹਾਣੇ 500 ਮੋਹਰਾਂ ਦੀ ਥੈਲੀ ਰੱਖਦਾ ਅਤੇ ਸਵੇਰੇ ਉੱਠ ਕੇ ਉਹ ਆਮ ਗਰੀਬ ਲੋਕਾਂ ਦੇ ਵਿੱਚ ਵੰਡੀ ਜਾਂਦੀ। ਮਹਾਰਾਜਾ ਰਣਜੀਤ ਸਿੰਘ ਇੰਨਾ ਪਿਆਰ ਕਰਦਾ ਸੀ ਧਿਆਨ ਸਿੰਘ ਡੋਗਰੇ ਦੇ ਬੱਚੇ ਨੂੰ
ਕਿ ਉਹਦੇ ਸਰਹਾਣੇ ਤਾਂ 500 ਮੋਹਰਾਂ ਦੀ ਥੈਲੀ ਰੱਖਦਾ, ਜਿਹੜੀ ਸਵੇਰੇ ਆਮ ਲੋਕਾਂ ਦੇ ਵਿੱਚ ਵੰਡੀ ਜਾਂਦੀ, ਪਰ ਆਪਣੇ ਜੋ 5-6 ਪੁੱਤਰ ਸਨ ਉਹਨਾਂ ਦੇ ਸਿਰਹਾਣੇ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਮੋਹਰਾਂ ਦੀ ਥੈਲੀ ਨਹੀਂ ਸੀ ਰੱਖੀ। ਤੇ ਧਿਆਨ ਸਿੰਘ ਡੋਗਰਾ ਚਾਹੁੰਦਾ ਹੈ ਵੀ ਮੇਰਾ ਪੁੱਤਰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਰਾਜ ਦਾ ਬਾਦਸ਼ਾਹ ਹੋਣਾ ਚਾਹੀਦਾ। ਇਹ ਇਹਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਹੋਈ ਹੈ ਤੇ ਇਸੇ ਮਕਸਦ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਖਤਮ ਕੀਤਾ, ਗਦਾਰੀਆਂ ਕੀਤੀਆਂ, ਪਰ ਕਾਮਯਾਬ ਨਹੀਂ ਹੋ ਸਕੇ। 27 ਜੂਨ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਜਾਂਦਾ ਹੈ। ਡੇਹਰਾ ਸਾਹਿਬ ਇਸ ਜਗ੍ਹਾ 'ਤੇ ਚੰਦਨ ਦੀ ਚਿਖਾ ਤਿਆਰ ਕੀਤੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਚਾਹੁਣ ਵਾਲੇ ਜੋ ਪਰਿਵਾਰ ਦੇ ਮੈਂਬਰ ਹਨ, ਸਿੱਖ ਰਾਜ ਦੇ ਆਗੂ ਹਨ, ਸਿਪਾਹੀ ਹਨ, ਉਹ ਬਹੁਤ ਜ਼ਿਆਦਾ ਦੁੱਖ ਮਨਾ ਰਹੇ ਹਨ, ਸੋਗ ਮਨਾ ਰਹੇ ਹੈ। ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਨੂੰ ਉਸ ਚਿਖਾ ਦੇ ਉੱਪਰ ਲਿਟਾ ਦਿੱਤਾ ਗਿਆ ਸੰਸਕਾਰ ਕਰਨ ਦੇ ਲਈ। ਇਹ ਧਿਆਨ ਸਿੰਘ ਡੋਗਰਾ ਆਪਣੇ ਵੱਲੋਂ ਇੱਕ ਢਕਵੰਜ ਕਰਦਾ ਹੈ। ਇਹਨੇ ਉਂਝ ਤਾਂ ਆਪਣੇ ਜੋ ਨਾਲ ਬੰਦੇ ਗੰਢੇ ਹੋਏ ਆ ਉਹਨਾਂ ਨੂੰ ਸਾਰੀ ਗੱਲ ਸਮਝਾਈ ਹੋਈ ਹੈ ਤੇ ਆਪਣੇ ਵੱਲੋਂ ਇਹ ਇੱਕ ਵਿਖਾਵਾ ਕਰਦਾ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਤੀ ਹੋਣਾ ਹੈਗਾ, ਵੀ ਮੈਂ ਮਹਾਰਾਜਾ ਰਣਜੀਤ ਸਿੰਘ ਤੋਂ ਬਗੈਰ ਜਿਉਂਦੇ ਹੀ ਨਹੀਂ ਰਹਿ ਸਕਦਾ, ਜਿਸ ਨੇ ਮੇਰੀ ਇੰਨੀ ਹੈਲਪ ਕੀਤੀ ਹੈ, ਮੈਨੂੰ ਇੱਥੇ ਲਾਹੌਰ ਦਰਬਾਰ ਦੇ ਵਿੱਚ ਮੁੱਖ ਮੰਤਰੀ ਬਣਾਇਆ। ਇਹ ਚਿਖਾ ਦੇ ਵੱਲ ਨੂੰ ਦੌੜ ਦੌੜ ਕੇ ਜਾਂਦਾ ਹੈ ਤੇ ਗੁਲਾਬ ਸਿੰਘ ਡੋਗਰਾ ਇਸ ਦਾ ਭਰਾ ਅਤੇ ਜੋ ਹੋਰ ਡੋਗਰੇ ਸਿਪਾਹੀ ਹਨ, ਨਾਲ ਬੰਦੇ ਗੰਢੇ ਆ, ਉਹ ਇਹਨੂੰ ਫੜ ਰੱਖਦੇ ਆ। ਗੁਲਾਬ ਸਿੰਘ ਡੋਗਰਾ ਧਿਆਨ ਸਿੰਘ ਡੋਗਰੇ ਨੂੰ ਕਹਿੰਦਾ ਹੈਗਾ ਵੀ ਜੇ ਤੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਿਖਾ ਦੇ ਵਿੱਚ ਸਤੀ ਹੋ ਗਿਆ ਤੇ ਜੋ ਤੇਰੀ ਜ਼ਿੰਮੇਵਾਰੀ ਲਾਈ ਹੈ, ਮਹਾਰਾਜਾ ਰਣਜੀਤ ਸਿੰਘ ਨੇ ਤੈਨੂੰ ਲਾਹੌਰ ਦਾ ਮੁੱਖ ਮੰਤਰੀ ਬਣਾਇਆ ਹੈ, ਖੜਕ ਸਿੰਘ ਦਾ ਹੱਥ ਤੇਰੇ ਹੱਥ ਦੇ ਵਿੱਚ ਫੜਾਇਆ ਹੋਇਆ ਹੈ, ਇਹ ਰਾਜ ਪ੍ਰਬੰਧ ਕੌਣ ਚਲਾਵੇਗਾ? ਇਹਨੂੰ ਫੜ ਕੇ ਰੱਖਿਆ ਜਾਂਦਾ। ਇਹ ਦੌੜ ਚਿਖਾ ਵੱਲ ਨੂੰ ਜਾਂਦਾ ਵੀ ਮੈਂ ਸਤੀ ਹੋ ਜਾਣਾ। ਹੁਣ ਜਿਹੜੇ ਸਿੱਖ ਆਗੂ ਨੇ, ਸਿੱਖ ਸਿਪਾਹੀ ਆ, ਉਹ ਸਮਝਦੇ ਆ ਵੀ ਧਿਆਨ ਸਿੰਘ ਡੋਗਰਾ ਵਿਖਾਵਾ ਕਰ ਰਹੇ ਆ। ਉਹ ਨਹੀਂ ਇਹਨੂੰ ਫੜਦੇ ਵੀ ਜੇ ਸਤੀ ਹੋਣਾ ਚਾਹੁੰਦਾ ਹੋ ਜਾਵੇ, ਸਾਨੂੰ ਕੋਈ ਮਤਲਬ ਨਹੀਂ। ਪਰ ਇਹਨੇ ਸਿਰਫ ਉੱਥੇ ਇੱਕ ਵਿਖਾਵਾ ਕੀਤਾ ਹੈ ਤੇ ਗੁਲਾਬ ਸਿੰਘ ਡੋਗਰਾ ਇਸ ਨੂੰ ਸਮਝਾਉਂਦਾ ਵੀ ਰਾਜ ਪ੍ਰਬੰਧ ਕੌਣ ਸੰਭਾਲੇਗਾ। ਅਸਲ ਦੇ ਵਿੱਚ ਮਨ ਹੀ ਮਨ ਤਾਂ ਉਹ ਇਹ ਗੱਲ ਕਹਿੰਦਾ ਹੈਗਾ ਵੀ ਜੇਕਰ ਤੂੰ ਸਤੀ ਹੋ ਗਿਆ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ 6 ਪੁੱਤਰ ਹਨ, ਸ਼ੇਰ ਸਿਉ ਹੈ, ਖੜਕ ਸਿਉ ਹੈ, ਪੁੱਤਰ ਹੈਗਾ ਕੰਬਰ ਨਿਹਾਲ ਸਿੰਘ, ਮੁਲਤਾਨਾ ਸਿੰਘ ਹੈ, ਕਸ਼ਮੀਰਾ ਸਿੰਘ ਹੈ, ਉਹਨਾਂ ਨੂੰ ਖਤਮ ਕੌਣ ਕਰੇਗਾ? ਇੰਨਾ ਵੱਡਾ ਪਾਪ ਸਾਡੇ ਤੋਂ ਨਹੀਂ ਹੋਣਾ। ਮਨ ਵਿੱਚ ਤਾਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਤੇ ਬਾਹਰੋਂ ਧਿਆਨ ਸਿਉ ਨੂੰ ਪਕੜ ਕੇ ਰੱਖਿਆ ਜਾ ਰਿਹਾ ਹੈ। ਅਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਕੀਤਾ ਗਿਆ ਤੇ 6-7 ਗੋਲੀਆਂ ਧਿਆਨ ਸਿਉ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਤੀ ਹੋ ਗਈਆਂ। ਕਿਸੇ ਸਮੇਂ ਗੁਰੂ ਸਾਹਿਬਾਨ ਨੇ ਅਕਬਰ ਬਾਦਸ਼ਾਹ ਦੇ ਕੋਲੋਂ ਇਹ ਸਤੀ ਪ੍ਰਥਾ ਬੰਦ ਕਰਵਾਈ ਸੀ, ਇਹ ਰੀਤ ਨੂੰ ਬੰਦ ਕਰਵਾਇਆ ਸੀ, ਪਰ ਧਿਆਨ ਸਿਉ ਨੇ ਇਹ ਰੀਤ ਦੁਬਾਰੇ ਚਲਾ ਦਿੱਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਨਾਲ 6 ਗੋਲੀਆਂ ਸਤੀ ਹੋਈਆਂ ਸਨ। ਆਖਰ ਵਾਪਸ ਆ ਗਏ, ਸੰਸਕਾਰ ਹੋ ਗਿਆ। ਕੁਝ ਦਿਨਾਂ ਤੋਂ ਬਾਅਦ ਖੜਕ ਸਿੰਘ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ ਹੈ, ਉਹਨੂੰ ਬਾਦਸ਼ਾਹ ਬਣਾਇਆ ਮਹਾਰਾਜਾ ਰਣਜੀਤ ਸਿੰਘ ਨੇ। ਉਹ ਆਪਣੇ ਵੱਲੋਂ ਦਰਬਾਰ ਲਾਉਂਦਾ। ਕੁਝ ਦਿਨਾਂ ਤੋਂ ਬਾਅਦ ਦਰਬਾਰ ਦੇ ਵਿੱਚ ਸਿੱਖ ਆਗੂ ਪਹੁੰਚਦੇ ਹੈ, ਸਿਪਾਹੀ ਪਹੁੰਚਦੇ ਹੈ
ਤੇ ਖੜਕ ਸਿੰਘ ਨੂੰ ਇੱਕ ਗੱਲ ਦਾ ਪਤਾ ਹੈ ਵੀ ਧਿਆਨ ਸਿਉ ਡੋਗਰਾ, ਗੁਲਾਬ ਸਿਉ ਡੋਗਰਾ, ਸੁਚੇਤ ਸਿਉ ਡੋਗਰਾ, ਇਹ ਕੋਈ ਬਹੁਤੇ ਵਧੀਆ ਬੰਦੇ ਨਹੀਂ ਹਨ। ਇਹਨਾਂ ਨੂੰ ਲਾਹੌਰ ਦਰਬਾਰ ਦੇ ਵਿੱਚੋਂ ਬਾਹਰ ਕਰਨਾ ਚਾਹੀਦਾ। ਇੱਕ ਸ਼ਬਦ ਹੈ ਸਿੰਘ, ਇੱਕ ਸ਼ਬਦ ਹੈ ਸਿਉ। ਸਿੱਖ ਦੇ ਨਾਲ ਸ਼ਬਦ ਜੁੜਦਾ ਹੈ ਸਿੰਘ, ਖੜਕ ਸਿੰਘ, ਮਹਾਰਾਜਾ ਰਣਜੀਤ ਸਿੰਘ। ਤੇ ਜਦੋਂ ਡੋਗਰਿਆਂ ਦੀ ਗੱਲ ਕੀਤੀ ਜਾਂਦੀ ਹੈ ਉਦੋਂ ਆਪਾਂ ਇਹ ਸ਼ਬਦ ਬੋਲਦੇ ਆ, ਧਿਆਨ ਸਿਉ ਡੋਗਰਾ, ਗੁਲਾਬ ਸਿਉ ਡੋਗਰਾ, ਸੁਚੇਤ ਸਿਉ ਡੋਗਰਾ। ਸਿਉ ਦਾ ਅਰਥ ਗਦਾਰ ਹੁੰਦਾ ਹੈ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ, ਸਿਉ ਅਤੇ ਸਿੰਘ ਦੇ ਵਿੱਚ ਇੰਨਾ ਕੁ ਅੰਤਰ ਹੈ। ਸਿਉ ਦਾ ਅਰਥ ਸਿੰਘ ਨਹੀਂ ਹੁੰਦਾ, ਸਿਉ ਦਾ ਅਰਥ ਗਦਾਰ ਹੁੰਦਾ। ਹੁਣ ਦਰਬਾਰ ਸਜਿਆ ਹੈਗਾ, ਖੜਕ ਸਿੰਘ ਸਮਝਦਾ ਵੀ ਇਹ ਬੰਦੇ ਚੰਗੇ ਨਹੀਂ ਹੈ। ਜਦੋਂ ਦਰਬਾਰ ਦੇ ਵਿੱਚ ਹੋਰ ਸਿੱਖ ਆਗੂਆਂ ਦੇ ਨਾਲ ਗੱਲਾਂ ਬਾਤਾਂ ਹੋਈਆਂ, ਖੜਕ ਸਿੰਘ ਬਾਦਸ਼ਾਹ ਬਣਿਆ, ਪਹਿਲੀ ਵਾਰ ਉਹਨੇ ਦਰਬਾਰ ਲਾਇਆ। ਬਾਕੀ ਸਾਰੀ ਸਿੱਖ ਫੌਜ ਦੇ ਨਾਲ, ਸਿਪਾਹੀਆਂ ਦੇ ਨਾਲ, ਸਿੱਖ ਆਗੂਆਂ ਦੇ ਨਾਲ ਉਹਨੇ ਰਾਏ ਮਸ਼ਵਰਾ ਕੀਤਾ, ਵਿਚਾਰਾਂ ਕੀਤੀਆਂ। ਜਿੱਥੇ ਇਹ ਗੱਲਾਂ ਕੀਤੀਆਂ ਉੱਥੇ ਧਿਆਨ ਸਿਉ ਡੋਗਰੇ ਨੂੰ, ਜਿਹੜਾ ਲਾਹੌਰ ਦਾ ਮੁੱਖ ਮੰਤਰੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ, ਖੜਕ ਸਿੰਘ ਇੱਕ ਗੱਲ ਕਹਿੰਦਾ ਵੀ ਧਿਆਨ ਸਿਉ ਤੁਸੀਂ ਅੱਜ ਤੋਂ ਬਾਅਦ ਸਾਡੇ ਮਹਿਲਾਂ ਦੇ ਵਿੱਚ ਨਹੀਂ ਆਉਣਾ, ਸਾਡੇ ਮਹਿਲਾਂ ਦੇ ਵਿੱਚ ਨਹੀਂ ਆਉਣਾ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹਨੂੰ ਖੁੱਲ੍ਹ ਸੀ, ਇਹ ਕਿਤੇ ਮਰਜ਼ੀ ਤੁਰਿਆ ਫਿਰਦਾ, ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ ਵੀ ਜਾਂਦਾ। ਪਰ ਖੜਕ ਸਿੰਘ ਨੇ ਇਹਦੇ ਉੱਪਰ ਪਾਬੰਦੀ ਲਾਤੀ ਵੀ ਅੱਜ ਤੋਂ ਬਾਅਦ ਤੁਸੀਂ ਨਹੀਂ ਆਉਣਾ। ਇਹ ਧਿਆਨ ਸਿਉ ਡੋਗਰਾ ਕਹਿਣ ਲੱਗਿਆ ਵੀ ਵੇਖੋ ਜੀ, ਜੇ ਮੈਂ ਮਹਿਲਾਂ ਵਿੱਚ ਨਹੀਂ ਆਵਾਂਗਾ ਰਾਜ ਪ੍ਰਬੰਧ ਕਿਵੇਂ ਚੱਲੇਗਾ, ਕੰਮ ਕਾਜ ਕਿਵੇਂ ਚੱਲੇਗਾ। ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਾਂ ਦਰਬਾਰ ਦੇ ਵਿੱਚ ਨਹੀਂ ਕਰ ਸਕਦੇ। ਮੈਂ ਤੁਹਾਡੇ ਰਾਜ ਮਹਿਲਾਂ ਦੇ ਵਿੱਚ ਜਾ ਕੇ ਕਰਿਆ ਕਰਾਂਗਾ, ਤੁਹਾਡੇ ਨਾਲ, ਮਹਾਰਾਜਾ ਰਣਜੀਤ ਸਿੰਘ ਨਾਲ ਵੀ ਮੈਂ ਕਰਦਾ ਰਿਹਾ। ਇਸ ਤਰੀਕੇ ਨਾਲ ਪ੍ਰਬੰਧ ਕਿਵੇਂ ਚੱਲੇਗਾ। ਖੜਕ ਸਿੰਘ ਨੇ ਧਿਆਨ ਸਿੰਘ ਨੂੰ ਕਿਹਾ ਵੀ ਜੇ ਇਸ ਤਰੀਕੇ ਨਾਲ ਰਾਜ ਪ੍ਰਬੰਧ ਤੇਰੇ ਤੋਂ ਨਹੀਂ ਚੱਲ ਸਕਦਾ, ਨਹੀਂ ਕੋਈ ਕੰਮ ਕਾਜ ਹੋ ਸਕਦਾ, ਤੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇ, ਅਸੀਂ ਕੋਈ ਹੋਰ ਮੁੱਖ ਮੰਤਰੀ ਬਣਾ ਦਿੰਦੇ ਹਾਂ। ਪਰ ਇਹ ਤੇਰੇ ਤੇ ਰੋਕ ਹੈ ਵੀ ਅੱਜ ਤੋਂ ਬਾਅਦ ਤੂੰ ਸਾਡੇ ਨਿੱਜੀ ਮਹਿਲਾਂ ਦੇ ਵਿੱਚ ਨਹੀਂ ਆਵੇਂਗਾ। ਜੇਕਰ ਤੈਨੂੰ ਕੋਈ ਕੰਮ ਕਾਜ ਹੈ, ਕੋਈ ਇਹੋ ਜਿਹੀ ਗੱਲ ਕਰਨੀ ਹੈ ਜੋ ਦਰਬਾਰ ਦੇ ਵਿੱਚ ਨਹੀਂ ਕਰ ਸਕਦੇ, ਤਾਂ ਤੁਸੀਂ ਮੈਨੂੰ ਸੁਨੇਹਾ ਦੇ ਕੇ ਬੁਲਾ ਸਕਦੇ ਹੋ, ਪਰ ਅੰਦਰ ਨਹੀਂ ਆਉਣਾ ਤੁਸੀਂ ਸਾਡੇ ਨਿੱਜੀ ਮਹਿਲਾਂ ਦੇ ਵਿੱਚ। ਇਸ ਦੇ ਉੱਪਰ ਇਹ ਰੋਕ ਲਾ ਦਿੱਤੀ ਗਈ ਖੜਕ ਸਿੰਘ ਦੇ ਵੱਲੋਂ। ਪਹਿਲੇ ਦਿਨ ਜਿਹੜਾ ਦਰਬਾਰ ਸਜਿਆ, ਹੁਣ ਜਿਹੜਾ ਠੱਗ ਬੰਦਾ ਹੁੰਦਾ ਹੈ ਨਾ, ਉਹਦੇ ਵਿੱਚ ਇਹ ਤਿੰਨ ਗੱਲਾਂ ਹੁੰਦੀਆਂ ਵੀ ਇੱਕ ਤਾਂ ਉਹ ਜ਼ੁਬਾਨ ਦਾ ਬਹੁਤ ਮਿੱਠਾ ਹੁੰਦਾ, ਜ਼ੁਬਾਨ ਤੋਂ ਬਹੁਤ ਵਧੀਆ ਗੱਲਾਂ ਕਰਦਾ, ਗੱਲਾਂ ਦੇ ਵਿੱਚ ਹੀ ਠੱਗਦਾ। ਦੂਸਰਾ ਉਹਦੇ ਹਿਰਦੇ ਦੇ ਵਿੱਚ ਕਪਟ ਹੁੰਦਾ ਹੈਗਾ, ਧੋਖਾ ਹੁੰਦਾ, ਬੇਈਮਾਨੀ ਹੁੰਦੀ ਹੈ। ਤੇ ਤੀਸਰਾ ਉਹ ਆਪਣੇ ਚਿਹਰੇ ਦਾ ਪ੍ਰਭਾਵ ਨਹੀਂ ਖਤਮ ਹੋਣ ਦਿੰਦਾ। ਜੇ ਉਸ ਨੂੰ ਕੋਈ ਗੱਲ ਦੁੱਖ ਵਾਲੀ ਕਹਿ ਵੀ ਦਿੱਤੀ ਹੈ, ਉਹਦੀ ਕੋਈ ਬੇਇੱਜ਼ਤੀ ਕਰਤੀ ਹੈ, ਕੋਈ ਤੋਹੀਨ ਭਰੇ ਸ਼ਬਦ ਬੋਲ ਦਿੱਤੇ ਆ, ਉਹ ਚਿਹਰੇ ਤੋਂ ਮੁਸਕਰਾਵੇਗਾ, ਆਪਣਾ ਪ੍ਰਭਾਵ ਨਹੀਂ ਖਤਮ ਹੋਣ ਦੇਵੇਗਾ। ਜਦੋਂ ਖੜਕ ਸਿੰਘ ਨੇ ਇਹ ਗੱਲ ਕਹੀ ਵੀ ਜੇਕਰ ਤੁਹਾਡੇ ਤੋਂ ਕੰਮਕਾਜ ਨਹੀਂ ਹੋ ਰਿਹਾ, ਰਾਜ ਪ੍ਰਬੰਧ ਨਹੀਂ ਇਸ ਤਰ੍ਹਾਂ ਚੱਲੇਗਾ, ਤੁਸੀਂ ਅਹੁਦਾ ਛੱਡ ਦਿਓ, ਅਸੀਂ ਕਿਸੇ ਹੋਰ ਨੂੰ ਲਾ ਲੈਂਦੇ ਹਾਂ। ਤੇ ਉਸ ਸਮੇਂ ਖੜਕ ਸਿੰਘ ਨੇ ਹੱਸ ਕੇ ਕਿਹਾ ਵੀ ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਹੁਣ ਪਾਬੰਦੀ ਲਾਤੀ ਹੈ ਮੈਂ ਨਹੀਂ ਜਾਵਾਂਗਾ। ਮੁਸਕਰਾ ਕੇ ਇਸ ਗੱਲ ਦਾ ਜਵਾਬ ਦਿੱਤਾ। ਇਹ ਦਰਬਾਰ ਖਤਮ ਹੋਇਆ। ਧਿਆਨ ਸਿਉ ਡੋਗਰੇ ਦੇ ਮਨ ਦੇ ਵਿੱਚ ਚਿੰਤਾ ਪੈਦਾ ਹੋ ਗਈ ਵੀ ਜਿਹੜੇ ਬੰਦੇ ਬਾਦਸ਼ਾਹ ਬਣਨ ਤੋਂ ਬਾਅਦ ਧਿਆਨ ਸਿਉ ਤੇਰੇ ਤੇ ਰੋਕ ਲਾ ਸਕਦੇ ਆ ਵੀ ਨਿੱਜੀ ਮਹਿਲਾਂ ਵਿੱਚ ਨਹੀਂ ਜਾਣਾ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੈਨੂੰ ਲਾਹੌਰ ਦਰਬਾਰ ਤੋਂ ਬਾਹਰ ਵੀ ਕਰ ਸਕਦੇ ਹੈ, ਤੇਰਾ ਬੋਰੀਆ ਬਿਸਤਰਾ ਗੋਲ ਕਰ ਸਕਦੇ ਹੈ, ਤੈਨੂੰ ਆਪਣੇ ਵੱਲੋਂ ਕੋਈ ਪ੍ਰਬੰਧ ਕਰਨਾ ਚਾਹੀਦਾ।
ਇਹਦੇ ਮਨ ਦੇ ਵਿੱਚ ਹੁਣ ਚਿੰਤਾ ਇਹ ਹੈ ਵੀ ਕਦੇ ਲਾਹੌਰ ਦਰਬਾਰ ਦੇ ਵਿੱਚੋਂ ਮੈਨੂੰ ਬਾਹਰ ਨਾ ਕਰ ਦੇਵੇ ਖੜਕ ਸਿੰਘ ਬਾਦਸ਼ਾਹ, ਜੋ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ। ਆਖਰ ਇਹ ਆਪਣੇ ਵੱਲੋਂ ਪਲੈਨਿੰਗਾਂ ਬਣਾ ਰਿਹਾ ਵੀ ਕੀ ਕੀਤਾ ਜਾਵੇ। 8-10 ਦਿਨਾਂ ਦੇ ਬਾਅਦ ਦਰਬਾਰੇ ਫੇਰ ਦਰਬਾਰ ਲਾਇਆ ਜਾਂਦਾ। ਦੂਸਰੀ ਵਾਰ ਜਦੋਂ ਦਰਬਾਰ ਲਾਇਆ ਜਾਂਦਾ ਉੱਥੇ ਵੀ ਗੱਲਾਂ ਬਾਤਾਂ ਹੁੰਦੀਆਂ, ਰਾਏ ਮਸ਼ਵਰੇ ਹੁੰਦੇ ਐ। ਖੜਕ ਸਿੰਘ ਨੇ ਆਪਣਾ ਸਲਾਹਕਾਰ ਬਣਾਇਆ ਹੋਇਆ ਚੇਤ ਸਿੰਘ ਬਾਜਵਾ, ਜੋ ਰਿਸ਼ਤੇਦਾਰੀ ਦੇ ਵਿੱਚ ਇਹਦਾ ਸਾਲ ਹੈ। ਉੱਥੇ ਜਦੋਂ ਕੋਈ ਤਕਰਾਰ ਹੁੰਦਾ ਨਾ ਤੇ ਚੇਤ ਸਿੰਘ ਬਾਜਵਾ ਧਿਆਨ ਸਿੰਘ ਡੋਗਰੇ ਨੂੰ ਕਹਿੰਦਾ ਵੀ ਤੂੰ 8-10 ਕੁ ਦਿਨ ਰੁਕ ਜਾ, ਫਿਰ ਵੇਖੀ ਰਾਜ ਪ੍ਰਬੰਧ ਕਿਵੇਂ ਚੱਲਦਾ। 8-10 ਕੁ ਦਿਨ ਹੋਰ। ਇੱਕ ਤਕਰਾਰ ਭਰੇ ਸ਼ਬਦਾਂ ਦੇ ਵਿੱਚ ਧਿਆਨ ਸਿੰਘ ਡੋਗਰੇ ਨੂੰ ਇਹ ਕਹਿਆ ਜਾਂਦਾ ਚੇਤ ਸਿੰਘ ਬਾਜਵਾ ਦੇ ਵੱਲੋਂ, ਜੋ ਖੜਕ ਸਿੰਘ ਬਾਦਸ਼ਾਹ ਦਾ ਸਾਲ ਹੈਗਾ ਰਿਸ਼ਤੇਦਾਰੀ ਵਿੱਚ, ਵੀ ਤੂੰ 8 ਕੁ ਦਿਨ ਰੁਕ, ਫਿਰ ਵੇਖੀ ਰਾਜ ਪ੍ਰਬੰਧ ਕਿਵੇਂ ਚੱਲੇਗਾ। ਹੁਣ ਜਦੋਂ ਇਹ ਗੱਲ ਕਹੀ ਗਈ, ਦਰਬਾਰ ਖਤਮ ਹੋ ਗਿਆ। ਧਿਆਨ ਸਿੰਘ ਡੋਗਰੇ ਨੂੰ ਪਤਾ ਚੱਲ ਗਿਆ ਵੀ 8-10 ਦਿਨਾਂ ਬਾਅਦ ਇਹ ਮੈਨੂੰ ਲਾਹੌਰ ਦਰਬਾਰ ਦੇ ਵਿੱਚੋਂ ਬਾਹਰ ਕਰ ਦੇਣਗੇ। ਉਹਨੇ ਆਪਣੇ ਵੱਲੋਂ ਜੋ ਉਹ ਕੁਝ ਕਰਨਾ ਚਾਹੁੰਦਾ ਉਹਦੇ ਵਿੱਚ ਉਹਨੇ ਤੇਜ਼ੀ ਕੀਤੀ। ਉਸ ਨੇ ਇੱਕ ਚਾਲ ਚੱਲੀ। ਚਾਲ ਕਿਹੜੀ ਚੱਲੀ? ਉਹਨੇ 3 ਚਿੱਠੀਆਂ ਲਿਖੀਆਂ ਅੰਗਰੇਜ਼ਾਂ ਨੂੰ। ਇੱਕ ਝੂਠੀਆਂ ਖੱਤ ਲਿਖ ਲਏ, ਝੂਠੀਆਂ ਚਿੱਠੀਆਂ, ਝੂਠੇ ਖੱਤ। ਉਹਦੇ ਉੱਪਰ ਚੇਤ ਸਿੰਘ ਬਾਜਵਾ ਦੇ ਦਸਤਖਤ ਅਤੇ ਚੇਤ ਸਿੰਘ ਬਾਜਵਾ ਜੋ ਸਲਾਹਕਾਰ ਹੈ ਉਹਦੇ ਕੋਲ ਜਿਹੜੀ ਮੋਹਰ ਸੀ ਉਹਦੀ ਵਰਤੋਂ ਕੀਤੀ ਗਈ। ਖੜਕ ਸਿੰਘ ਬਾਦਸ਼ਾਹ ਦੇ ਦਸਤਖਤ ਕੀਤੇ ਗਏ ਅਤੇ ਉਹਦੀ ਮੋਹਰ ਦੀ ਵਰਤੋਂ ਕੀਤੀ ਗਈ। ਇਹ 3-4 ਚਿੱਠੀਆਂ ਲਿਖ ਕੇ ਉਹਨੇ ਆਪਣੇ ਬੋਝੇ ਦੇ ਵਿੱਚ ਪਾ ਲਈਆਂ ਤੇ ਉਸ ਨੇ 4-5 ਦਿਨ ਸਾਰੇ ਸਿੱਖ ਆਗੂਆਂ ਦੇ ਵਿੱਚ, ਸਿਪਾਹੀਆਂ ਦੇ ਵਿੱਚ, ਡੋਗਰਾ ਫੌਜ ਵੀ ਇਹਨੇ ਭਰਤੀ ਕਰਵਾਈ ਹੋਈ ਆ, ਉਹ ਤਾਂ ਇਹਦੇ ਨਾਲ ਹੀ ਹੈ, ਇਹਦੇ ਪੱਖ ਤੇ। ਉਹ ਸਿਪਾਹੀ ਤਾਂ ਕਿਉਂਕਿ ਧਿਆਨ ਸਿੰਘ ਵੀ ਡੋਗਰਾ ਹੈ ਤੇ ਸਿਪਾਹੀ ਵੀ ਡੋਗਰੇ ਹੈ, ਉਹਨਾਂ ਦੇ ਵਿੱਚ ਪ੍ਰਚਾਰ ਕੀਤਾ ਗਿਆ ਅਤੇ ਇਸ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ। ਧਿਆਨ ਸਿੰਘ ਡੋਗਰੇ ਦੇ ਵੱਲੋਂ ਇਹ ਲਾਹੌਰ ਦਰਬਾਰ ਦੇ ਵਿੱਚ ਮੀਟਿੰਗ ਨਹੀਂ ਹੋਈ, ਇਹ ਬਾਹਰ ਜਾ ਕੇ ਕਿਸੇ ਦੀ ਕੋਠੀ ਦੇ ਵਿੱਚ ਮੀਟਿੰਗ ਕੀਤੀ ਗਈ। ਉਸ ਮੀਟਿੰਗ ਦੇ ਵਿੱਚ ਇਹਨੇ ਜੋ ਮੇਨ ਆਗੂ ਸਨ ਉਹਨਾਂ ਨੂੰ ਬੁਲਾਇਆ। ਇੱਕ ਚੰਦ ਕੌਰ ਹੈ, ਖੜਕ ਸਿੰਘ ਦੀ ਪਤਨੀ ਹੈ ਇਹ ਬਾਦਸ਼ਾਹ ਦੀ, ਅਤੇ 4 ਸੰਧਾਵਾਲੀਆ ਪਰਿਵਾਰ ਦੇ ਵਿੱਚੋਂ ਬੰਦੇ ਬੁਲਾਏ ਗਏ। ਇਹ ਸੰਧੇਵਾਲੀਏ ਕੌਣ ਹਨ? ਭਾਈ ਬੁੱਢਾ ਸਿੰਘ ਹੋਇਆ, ਉਹਦੇ ਅੱਗੇ ਪੁੱਤਰ ਹੋਏ ਆ ਚੰਦਾ ਸਿੰਘ ਤੇ ਨੌਦ ਸਿੰਘ। ਜਿਹੜਾ ਚੰਦਾ ਸਿੰਘ ਹੈ ਉਹਦੀ ਇੱਕ ਵੱਖਰੀ ਪੀੜ੍ਹੀ ਚੱਲ ਰਹੀ ਹੈ, ਜਿਹੜਾ ਨੌਦ ਸਿੰਘ ਹੈ ਉਹਦੀ ਪੀੜ੍ਹੀ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਹੈ। ਆਪਾਂ ਇਹ ਕਹਿ ਸਕਦੇ ਹਾਂ ਵੀ ਸੰਧਾਵਾਲੀਏ ਉਹ ਲੋਕ ਹਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਸਕੇ ਸਨ, ਸ਼ਰੀਕੇ ਦੇ ਵਿੱਚੋਂ ਸਨ, ਸਕੇ ਸਨ। ਇਹ ਚੰਦਾ ਸਿੰਘ ਸੰਧਾਵਾਲੀਏ ਇਹਦਾ ਜਿਹੜਾ ਪਰਿਵਾਰ ਚੱਲ ਰਿਹਾ ਉਹਦੇ ਵਿੱਚੋਂ 4 ਬੰਦੇ ਬੁਲਾਏ ਗਏ। ਇੱਕ ਅਜੀਤ ਸਿੰਘ, ਇੱਕ ਅਤਰ ਸਿੰਘ, ਭਾਈ ਲਹਿਣਾ ਸਿੰਘ ਤੇ ਕੇਹਰ ਸਿੰਘ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸ਼ਰੀਕੇ ਦੇ ਪਰਿਵਾਰ ਦੇ ਵਿੱਚੋਂ ਹੈ। ਇਹਨਾਂ ਬੰਦਿਆਂ ਨੂੰ ਬੁਲਾਇਆ ਗਿਆ। ਚੰਦ ਕੌਰ ਨੂੰ ਬੁਲਾਇਆ ਗਿਆ ਜੋ ਖੜਕ ਸਿੰਘ ਦੀ ਪਤਨੀ ਹੈ, ਤੇ ਆਪ ਗੁਲਾਬ ਸਿਉ, ਧਿਆਨ ਸਿਉ ਡੋਗਰਾ, ਸੁਚੇਤ ਸਿਉ ਡੋਗਰਾ ਅਤੇ ਇਹਨਾਂ ਦਾ ਇੱਕ ਪੁੱਤਰ ਹੀਰਾ ਸਿਉ ਡੋਗਰਾ। ਇਹ ਬੰਦੇ ਬੁਲਾਏ ਗਏ। ਹੁਣ ਜਿਹੜਾ ਇਹ ਸੰਧਾਵਾਲੀਆ ਪਰਿਵਾਰ ਹੈ, ਆਖਰ ਇਹਨਾਂ ਨੇ ਵੀ ਜੰਗਾਂ ਦੇ ਵਿੱਚ ਹਿੱਸਾ ਲਿਆ, ਜੰਗਾਂ ਲੜੀਆਂ ਨੇ। ਇਹਨਾਂ ਦੇ ਮਨ ਦੇ ਵਿੱਚ ਵੀ ਇਹ ਤਮੰਨਾ ਹੈ ਵੀ ਜੋ ਸਿੱਖ ਰਾਜ ਦੇ ਬਾਦਸ਼ਾਹ ਅਸੀਂ ਹੋਣੇ ਚਾਹੀਦੇ ਹਾਂ। ਅਸੀਂ ਕਿਹੜਾ ਘੱਟ ਕੁਰਬਾਨੀਆਂ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਹੀ ਮੈਂਬਰ ਬਾਦਸ਼ਾਹ ਬਣ ਰਿਹਾ, ਸਾਡੇ ਪਰਿਵਾਰ ਵਿੱਚੋਂ ਵੀ ਕੋਈ ਬਣਨਾ ਚਾਹੀਦਾ। ਇਹ ਸ਼ਰੀਕੇ ਦੇ ਵਿੱਚੋਂ ਨੇ, ਇਹ ਵੀ ਪਹੁੰਚੇ ਹੋਏ ਹੈ।
ਤੇ ਇਹਨਾਂ ਦੀ ਸਾਰਿਆਂ ਦੀ ਮੀਟਿੰਗ ਕਰਕੇ ਧਿਆਨ ਸਿਉ ਡੋਗਰਾ ਬੋਲਣਾ ਸ਼ੁਰੂ ਕਰਦਾ ਵੀ ਮੈਂ ਤੁਹਾਡੇ ਨਾਲ ਨਾ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਹੈ। ਉਹ ਗੱਲ ਇਹ ਹੈ ਵੀ ਜਿਹੜਾ ਖੜਕ ਸਿੰਘ ਬਾਦਸ਼ਾਹ ਚੇਤ ਸਿੰਘ ਬਾਜਵਾ ਉਹਦਾ ਸਲਾਹਕਾਰ ਰਿਸ਼ਤੇਦਾਰ, ਇਹ ਦੋਵੇਂ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਕੋਲ ਵੇਚ ਰਹੇ ਨੇ ਤੇ ਅੰਗਰੇਜ਼ਾਂ ਦੇ ਨਾਲ ਇਹਨਾਂ ਨੇ ਇੱਕ ਸੰਧੀ ਕਰ ਲਈ ਹੈ ਵੀ 16 ਆਨਿਆਂ ਦੇ ਵਿੱਚੋਂ 10 ਆਨੇ ਪੈਨਸ਼ਨ ਹੈ ਜਿਹੜੀ ਉਹ ਖੜਕ ਸਿੰਘ ਬਾਦਸ਼ਾਹ ਨੂੰ ਦਿੱਤੀ ਜਾਵੇਗੀ। 6 ਆਨੇ ਆਮਦਨ ਤੁਸੀਂ ਆਪਣੇ ਕੋਲ ਰੱਖ ਲਓ ਤੇ ਸਿੱਖ ਰਾਜ ਤੁਹਾਡੇ ਅਧੀਨ ਹੋਵੇਗਾ, ਤੁਹਾਡੀਆਂ ਅੰਗਰੇਜ਼ਾਂ ਦੀਆਂ ਹੀ ਫੌਜਾਂ ਹੋਣਗੀਆਂ, ਤੁਸੀਂ ਹੀ ਰਾਜ ਪ੍ਰਬੰਧ ਕਰਨਾ। ਤੇ ਜੇਕਰ ਅੰਗਰੇਜ਼ ਇੱਥੇ ਆ ਗਏ ਤੇ ਉਹਨਾਂ ਨੇ ਸਾਰੀਆਂ ਸਿੱਖ ਫੌਜਾਂ ਨੂੰ ਘਰੋਂ ਘਰੀ ਭੇਜ ਦੇਣਾ। ਖੜਕ ਸਿੰਘ ਬਾਦਸ਼ਾਹ ਨੂੰ 10 ਆਨੇ ਪੈਨਸ਼ਨ ਮਿਲਦੀ ਰਹੇਗੀ ਤੇ ਰਾਜ ਪ੍ਰਬੰਧ ਅੰਗਰੇਜ਼ਾਂ ਦੇ ਅਧੀਨ ਚਲਿਆ ਜਾਣਾ, ਪੰਜਾਬ ਤੇ ਅੰਗਰੇਜ਼ਾਂ ਦਾ ਰਾਜ ਹੋ ਜਾਣਾ। ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਅਖੀਰਲੀ ਤਕਰੀਰ ਕੀਤੀ ਸੀ ਨਾ, ਉਹਦੇ ਵਿੱਚ ਇਸ ਗੱਲ ਨੂੰ ਦੁਹਰਾਇਆ ਗਿਆ ਸੀ ਵੀ ਸਿੱਖੋ ਫੁੱਟ ਦੇ ਸ਼ਿਕਾਰ ਨਾ ਹੋਵੋ, ਜੇ ਫੁੱਟ ਦੇ ਸ਼ਿਕਾਰ ਹੋ ਗਏ ਤਾਂ ਅੰਗਰੇਜ਼ ਆ ਜਿਹੜੇ ਉਹ ਪੰਜਾਬ 'ਤੇ ਕਬਜ਼ਾ ਕਰ ਲੈਣਗੇ। ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਪੰਜਾਬ ਦੇ ਵਿੱਚ ਸਿੱਖ ਰਾਜ ਕਾਇਮ ਰਹੇ, ਵਿਦੇਸ਼ੀ ਲੋਕ ਇਸ ਧਰਤੀ 'ਤੇ ਪੈਰ ਨਾ ਪਾਉਣ। ਇਸ ਗੱਲ ਨੂੰ ਹੁਣ ਸਾਰੇ ਹੀ ਸਿੱਖ ਮੰਨ ਰਹੇ ਹੈ। ਇਹ ਮੀਟਿੰਗ ਦੇ ਵਿੱਚ ਜਿਹੜੇ ਬੰਦੇ ਬੈਠੇ ਆ, ਆਗੂ ਬੈਠੇ ਆ, ਉਹ ਵੀ ਚਾਹੁੰਦੇ ਆ ਵੀ ਅੰਗਰੇਜ਼ਾਂ ਦਾ ਇੱਥੇ ਪੈਰ ਨਹੀਂ ਪੈਣਾ ਚਾਹੀਦਾ। ਜਦੋਂ ਧਿਆਨ ਸਿਉ ਡੋਗਰੇ ਨੇ ਇਹ ਸਾਰੀ ਗੱਲ ਦੱਸੀ ਵੀ 10 ਆਨੇ ਦੇ ਵਿੱਚੋਂ 6 ਆਨੇ ਅੰਗਰੇਜ਼ ਰੱਖਣਗੇ, 10 ਆਨੇ ਖੜਕ ਸਿਉ ਨੂੰ ਪੈਨਸ਼ਨ ਜਾਵੇਗੀ ਤੇ ਸਿੱਖ ਰਾਜ ਅੰਗਰੇਜ਼ਾਂ ਦੇ ਅਧੀਨ ਹੋ ਜਾਵੇਗਾ, ਤੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਤਾਂ ਬਹੁਤ ਗਲਤ ਹੋ ਰਿਹਾ। ਇੱਕ ਮੈਂ ਬੇਨਤੀ ਇਹ ਵੀ ਕਰ ਦਵਾਂ, ਜਦੋਂ ਦੀ ਇਹ ਗੱਲ ਹੈ ਉਦੋਂ 1 ਆਨੇ ਦੇ ਵਿੱਚ 4 ਪੈਸੇ ਹੋਇਆ ਕਰਦੇ ਸਨ। 4 ਪੈਸਿਆਂ ਦਾ 1 ਆਨਾ ਤੇ 64 ਪੈਸਿਆਂ ਦਾ ਰੁਪਈਆ ਹੋਇਆ ਹੁੰਦਾ ਸੀ। 16 ਚੌਂਕੀ 64, ਠੀਕ ਹੈ। ਇਸ ਕਰਕੇ ਵੀ ਅੱਜ ਜਿਹੜਾ ਰੁਪਈਆ ਹੈ ਨਾ ਉਹ ਤਾਂ 100 ਪੈਸੇ ਦਾ ਗਿਣਿਆ ਜਾਂਦਾ, ਉਦੋਂ 64 ਪੈਸਿਆਂ ਦਾ, ਉਦੋਂ 64 ਪੈਸੇ ਹੋਇਆ ਕਰਦੇ ਸਨ ਤੇ 16 ਆਨੇ ਬਣਦੇ ਆ। 16 ਚੌਂਕੀ 64, 16 ਆਨਿਆਂ ਦਾ ਰੁਪਈਆ ਹੋਇਆ ਕਰਦਾ ਸੀ। ਇੱਕ ਮੁਹਾਵਰਾ ਵੀ ਪ੍ਰਚਲਿਤ ਹੋਇਆ ਸਾਡੇ ਪੰਜਾਬ ਦੇ ਵਿੱਚ ਵੀ ਜਦੋਂ ਕੋਈ ਗੱਲ ਬਿਲਕੁਲ ਸੱਚੀ ਕਹਿੰਦਾ ਤੇ ਬਜ਼ੁਰਗਾਂ ਆਮ ਹੀ ਕਹਿ ਦਿੰਦੇ ਆ ਵੀ ਇਹ ਗੱਲ ਤਾਂ ਜੀ 16 ਆਨੇ ਸੱਚ ਹੈ, ਭਾਵ 1 ਰੁਪਈਏ ਦੀ ਤਰ੍ਹਾਂ ਖਰੀ ਗੱਲ ਹੈਗੀ। ਇਹ ਸਮਝੌਤਾ ਹੋਇਆ ਹੈਗਾ ਤੇ ਉੱਥੇ ਚੰਦ ਕੌਰ ਖੜਕ ਸਿੰਘ ਬਾਦਸ਼ਾਹ ਦੀ ਪਤਨੀ ਬੈਠੀ ਹੈ ਤੇ ਦੂਸ਼ਣ ਲੱਗ ਰਿਹਾ ਉਹਦੇ ਪਤੀ ਤੇ ਉਹਦੇ ਭਰਾ ਤੇ, ਚੇਤ ਸਿੰਘ ਬਾਜਵਾ ਉਹਦਾ ਭਰਾ ਹੈਗਾ। ਚੰਦ ਕੌਰ ਨੇ ਕਿਹਾ ਵੀ ਅਸੀਂ ਤੁਹਾਡੀ ਕਿਵੇਂ ਗੱਲ ਮੰਨ ਲਈਏ ਵੀ ਇਹ ਸੰਧੀ ਹੋ ਗਈ ਹੈ, ਕੋਈ ਸਬੂਤ ਤਾਂ ਹੋਣਾ ਚਾਹੀਦਾ ਨਾ। ਹੁਣ ਸਬੂਤ ਹੈ ਉਹ ਪਹਿਲਾਂ ਤਿਆਰ ਕਰਕੇ ਰੱਖਿਆ ਧਿਆਨ ਸਿੰਘ ਡੋਗਰੇ ਨੇ। ਉਹ ਕਹਿੰਦਾ ਵੀ ਜੇ ਸਬੂਤ ਹੈ ਮੈਂ ਤਾਂ ਹੀ ਗੱਲ ਕਰਦਾ। ਉਹਨੇ ਆਪਣੇ ਬੋਝੇ ਦੇ ਵਿੱਚੋਂ 3 ਚਿੱਠੀਆਂ ਕੱਢੀਆਂ ਤੇ ਪੜ੍ਹਾ ਦਿੱਤੀਆਂ ਵੀ ਆਹ ਵੇਖ ਲਓ। ਹੁਣ ਉਹਦੇ ਹੇਠਾਂ ਦਸਖਤ ਬਾਦਸ਼ਾਹ ਦੇ ਹੋਏ ਆ, ਚੇਤ ਸਿੰਘ ਬਾਜਵਾ ਦੇ ਹੋਏ ਆ ਤੇ ਮੋਹਰਾਂ ਲੱਗੀਆਂ ਹੋਈਆਂ ਉਹਨਾਂ ਦੀਆਂ। ਗੱਲ ਤੇ ਯਕੀਨ ਕਰਨਾ ਪੈਣਾ ਸੀ। ਉਹਨੇ 3 ਚਿੱਠੀਆਂ ਪੜ੍ਹਾ ਦਿੱਤੀਆਂ ਵੀ ਆਹ ਵੇਖ ਲਓ। ਤੇ ਧਿਆਨ ਸਿਉ ਡੋਗਰੇ ਨੇ ਨਾਲ ਇਹ ਕਹਿਆ ਵੀ ਸਾਨੂੰ ਹੁਣ ਕੋਈ ਪ੍ਰਬੰਧ ਕਰਨਾ ਚਾਹੀਦਾ, ਜਦੋਂ ਸਾਨੂੰ ਪਤਾ ਲੱਗ ਗਿਆ ਰੋਕਣਾ ਚਾਹੀਦਾ ਇਸ ਸੰਧੀ ਨੂੰ, ਇਹ ਸਮਝੌਤਾ ਨਹੀਂ ਹੋਣਾ ਚਾਹੀਦਾ। ਚੰਦ ਕੌਰ ਅਤੇ ਇਹ ਸੰਧੇ ਵਾਲੀਏ ਤੇ ਜਿਹੜੇ ਇਹ ਹੋਰ ਆਗੂ ਬੈਠੇ ਕਹਿੰਦੇ ਵੀ ਹੁਣ ਕੀ ਕੀਤਾ ਜਾਵੇ। ਧਿਆਨ ਸਿਉ ਕਹਿੰਦਾ ਵੀ ਕਰਨ ਨੂੰ ਤਾਂ ਬਹੁਤ ਕੁਝ ਕੀਤਾ ਜਾ ਸਕਦਾ। ਇਹਨਾਂ ਨੇ ਕਿਹਾ ਵੀ ਧਿਆਨ ਸਿਉ ਡੋਗਰੇ ਫਿਰ ਤੂੰ ਹੀ ਦੱਸ ਵੀ ਕੀ ਕਰਨਾ ਚਾਹੀਦਾ। ਇਹਨੇ ਇੱਕ ਸਵਾਲ ਕੀਤਾ, ਕਹਿੰਦਾ ਜੇਕਰ ਕਿਸੇ ਮਨੁੱਖ ਦਾ ਕੋਈ ਅੰਗ ਖਰਾਬ ਹੋ ਜਾਵੇ ਕੀ ਕਰਨਾ ਚਾਹੀਦਾ? ਉਹਨੂੰ ਕੱਟ ਦੇਣਾ ਚਾਹੀਦਾ ਆਪਰੇਸ਼ਨ ਕਰਕੇ, ਨਹੀਂ ਵੱਧ ਵਿਗਾੜ ਪੈਦਾ ਹੋਵੇਗਾ।
ਧਿਆਨ ਸਿੰਘ ਡੋਗਰੇ ਨੇ ਇਹ ਉਦਾਹਰਨ ਦਿੱਤੀ, ਇੱਕ ਗੱਲ ਰੱਖੀ ਵੀ ਕੀ ਕਰਨਾ ਚਾਹੀਦਾ ਹੈ, ਤੇ ਬਾਕੀਆਂ ਨੇ ਕਿਹਾ ਵੀ ਕੱਟ ਦੇਣਾ ਚਾਹੀਦਾ। ਤੇ ਧਿਆਨ ਸਿੰਘ ਡੋਗਰਾ ਕਹਿੰਦਾ ਵੀ ਫਿਰ ਇਹ ਜੇ ਕੱਟ ਹੀ ਦੇਣਾ ਚਾਹੀਦਾ ਫਿਰ ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਇਹ ਕਰਨਾ ਚਾਹੀਦਾ ਵੀ ਜਿਹੜਾ ਚੇਤ ਸਿੰਘ ਬਾਜਵਾ ਹੈ ਨਾ, ਸਲਾਹਕਾਰ ਉਹਦੇ ਕਹਿਣ ਦੇ ਉੱਪਰ ਸਾਰਾ ਕੁਝ ਖੜਕ ਸਿੰਘ ਨੇ ਕੀਤਾ। ਉਂਝ ਖੜਕ ਸਿੰਘ ਨੇ ਕੋਈ ਸੰਧੀ ਨਹੀਂ ਸੀ ਕਰਨੀ। ਇਹ ਚੇਤ ਸਿੰਘ ਬਾਜਵਾ ਦੀ ਚਾਲ ਹੈ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਹੱਥ ਵੇਚ ਦਿੱਤਾ ਜਾਵੇ, ਆਪਾਂ ਨੂੰ ਇਹ ਕਰਨਾ ਚਾਹੀਦਾ ਵੀ ਚੇਤ ਸਿੰਘ ਬਾਜਵਾ ਦਾ ਕਤਲ ਕਰ ਦੇਣਾ ਚਾਹੀਦਾ। ਹੁਣ ਚੰਦ ਕੌਰ ਚੇਤ ਸਿੰਘ ਬਾਜਵਾ ਦੀ ਭੈਣ ਹੈ ਸਕੀ, ਤੇ ਖੜਕ ਸਿੰਘ ਬਾਦਸ਼ਾਹ ਦੀ ਪਤਨੀ ਹੈ। ਉਹ ਇਸ ਮੀਟਿੰਗ ਦੇ ਵਿੱਚ ਹੈ, ਉਹ ਰੋਕ ਸਕਦੀ ਹੈ, ਪਰ ਉਹਨੂੰ ਵੀ ਚਿੱਠੀਆਂ ਪੜ੍ਹਾਈਆਂ ਤੇ ਉਹਨੂੰ ਇੱਕ ਲਾਲਚ ਦਿੱਤਾ ਹੈ ਵੀ ਆਪਾਂ ਚੇਤ ਸਿੰਘ ਬਾਜਵਾ ਦਾ, ਤੇਰੇ ਭਰਾ ਦਾ ਕਤਲ ਕਰ ਦੇਵਾਂਗੇ, ਖੜਕ ਸਿੰਘ ਬਾਦਸ਼ਾਹ ਨੂੰ ਗੱਦੀ ਤੋਂ ਲਾ ਕੇ ਜੇਲ੍ਹ ਦੇ ਵਿੱਚ ਬੰਦ ਕਰ ਦੇਵਾਂਗੇ, ਤੇ ਜਿਹੜਾ ਤੁਹਾਡਾ ਪੁੱਤਰ ਹੈ ਨਾ ਕੰਬਰ ਨੌ ਨਿਹਾਲ ਸਿੰਘ, ਖੜਕ ਸਿੰਘ ਦਾ ਪੁੱਤਰ ਤੇ ਚੰਦ ਕੌਰ ਦਾ, ਇਹਨੂੰ ਤਖਤ ਤੇ ਬਿਠਾ ਦੇਵਾਂਗੇ। ਤੇ ਚੰਦ ਕੌਰ ਹੈ ਇਹ ਸਾਰੀਆਂ ਗੱਲਾਂ ਦੇ ਵਿੱਚ ਆ ਗਈ, ਤੇ ਨਹੀਂ ਤਾਂ ਉਹ ਜਾ ਕੇ ਆਪਣੇ ਪਤੀ ਨੂੰ, ਆਪਣੇ ਭਰਾ ਨੂੰ ਇਹ ਸਾਰੀਆਂ ਗੱਲਾਂ ਦੱਸ ਸਕਦੀ ਸੀ, ਪਰ ਉਹਨੇ ਦੱਸਿਆ ਕੁਝ ਨਹੀਂ। ਫੈਸਲਾ ਕਰ ਲਿਆ ਗਿਆ ਵੀ ਚੇਤ ਸਿੰਘ ਬਾਜਵਾ ਦਾ ਕਤਲ ਕਰ ਦੇਣਾ ਚਾਹੀਦਾ, ਖੜਕ ਸਿੰਘ ਬਾਦਸ਼ਾਹ ਨੂੰ ਬੰਦੀ ਬਣਾ ਲੈਣਾ ਚਾਹੀਦਾ, ਤੇ ਕੰਬਰ ਨੌ ਨਿਹਾਲ ਸਿੰਘ ਨੂੰ ਬਾਦਸ਼ਾਹ ਬਣਾ ਲੈਣਾ ਚਾਹੀਦਾ। ਇਹ ਸਾਰੀ ਮੀਟਿੰਗ ਕਰਨ ਤੋਂ ਬਾਅਦ ਧਿਆਨ ਸਿੰਘ ਡੋਗਰੇ ਨੂੰ ਤਾਂ 8 ਦਿਨ ਕਹਿਆ ਸੀ ਨਾ ਵੀ ਅਸੀਂ 8 ਦਿਨਾਂ ਤੋਂ ਬਾਅਦ ਵੇਖੀ ਰਾਜ ਪ੍ਰਬੰਧ ਕਿਵੇਂ ਚੱਲਦਾ, ਪਰ ਇਹਨੇ ਉਹਨਾਂ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਮੀਟਿੰਗਾਂ ਕਰਕੇ ਇੱਕ ਚਾਲ ਚੱਲੀ, ਆਪਣੇ ਨਾਲ ਬੰਦੇ ਸਹਿਮਤ ਕੀਤੇ ਉਹਦਾ ਕਤਲ ਕਰਨ ਦੇ ਲਈ। ਤੇ ਇੱਕ ਸ਼ਾਮ ਨੂੰ ਉਸਨੇ ਆਪਣੇ ਸਿਪਾਹੀ ਡੋਗਰੇ ਉਹ ਤੈਨਾਤ ਕੀਤੇ ਵੱਖ-ਵੱਖ ਜਗ੍ਹਾ ਤੇ, ਵੀ ਤਾਂ ਕਿ ਕਿਸੇ ਨੂੰ ਇਸ ਕਤਲ ਦਾ ਪਤਾ ਨਾ ਚੱਲੇ। ਉਹਨੇ ਰਾਜ ਮਹਿਲਾਂ ਦੇ ਵਿੱਚ ਜੋ ਨਿੱਜੀ ਮਹਿਲ ਹੈ ਉੱਥੇ ਆਪਣੇ ਸਿਪਾਹੀਆਂ ਦੀ ਡਿਊਟੀ ਲਾਈ ਰਾਤ ਨੂੰ ਪਹਿਰੇ ਦੇ ਉੱਪਰ, ਤੇ ਉਹਨਾਂ ਨੂੰ ਇੱਕ ਗੱਲ ਸਮਝਾਈ ਵੀ ਰਾਤ ਨੂੰ ਜਦੋਂ ਬੰਦੇ ਆਉਣਗੇ ਨਾ ਤੇ ਉਹਨਾਂ ਨੂੰ ਤੁਸੀਂ ਰੋਕਣਾ ਕੋਈ ਨਹੀਂ, ਉਹ ਤੁਹਾਨੂੰ ਆਪਣਾ ਹੱਥ ਵਿਖਾਉਣਗੇ, ਤੁਸੀਂ ਉਹ ਹੱਥ ਦੇ ਉੱਪਰ ਨਿਸ਼ਾਨੀ ਵੇਖਣੀ ਹੈ ਤੇ ਉਹਨਾਂ ਨੂੰ ਅੱਗੇ ਜਾਣ ਦੇਣਾ ਹੈ, ਉਹਨਾਂ ਨੂੰ ਰੋਕਣਾ ਕੋਈ ਨਹੀਂ। ਧਿਆਨ ਸਿੰਘ ਡੋਗਰੇ ਦੇ ਇੱਕ ਹੱਥ ਦੇ 2 ਅੰਗੂਠੇ ਸਨ, ਉਹਨੇ ਇਹ ਨਿਸ਼ਾਨੀ ਦੱਸੀ ਸੀ ਵੀ 2 ਅੰਗੂਠਿਆਂ ਵਾਲਾ ਬੰਦਾ ਤੁਹਾਨੂੰ ਹੱਥ ਵਿਖਾਵੇਗਾ, ਤੁਸੀਂ ਉਹਨੂੰ ਰੋਕਣਾ ਕੋਈ ਨਹੀਂ। ਰਾਤ ਨੂੰ ਇਹਨਾਂ ਦੇ ਵੱਲੋਂ ਕੁਝ ਬੰਦੇ ਹੋਰ ਲੈ ਕੇ ਧਿਆਨ ਸਿੰਘ ਡੋਗਰਾ ਨਿੱਜੀ ਮਹਿਲਾਂ ਦੇ ਵਿੱਚ ਗਿਆ ਜਿੱਥੇ ਪਾਬੰਦੀ ਲੱਗੀ ਹੋਈ ਸੀ, ਇਹ ਜਾ ਨਹੀਂ ਸਕਦਾ, ਤੇ ਪਹਿਰੇ ਦੇ ਉੱਪਰ ਜੋ ਸਿਪਾਹੀ ਖੜੇ ਆ ਉਹਨਾਂ ਨੂੰ ਹੱਥ ਵਿਖਾਇਆ, ਮੂੰਹ ਤਾਂ ਢੱਕਿਆ ਹੋਇਆ, ਸਾਰਾ ਕੁਝ ਕਿਸੇ ਨੂੰ ਪਤਾ ਨਾ ਚੱਲੇ। ਉਹਨਾਂ ਨੇ ਇਸ ਨੂੰ ਰੋਕਿਆ ਕੋਈ ਨਹੀਂ, ਨਾਲ ਇਹਦੇ ਹੋਰ ਵੀ ਸਿਪਾਹੀ ਨੇ, ਨਾਲ ਬੰਦੇ ਆ। ਆਖਰ ਜਦੋਂ ਖੜਕ ਸਿੰਘ ਜਿਸ ਜਗ੍ਹਾ ਤੇ ਆਰਾਮ ਕਰ ਰਹੇ ਹੈ, ਜਿਹੜੇ ਉੱਥੇ ਪਹਿਰੇ ਤੇ ਖੜੇ ਆ ਬੰਦੇ, ਉਹ ਖੜਕ ਸਿੰਘ ਦੇ ਹੈ। ਉਹਨਾਂ ਨੇ ਇਹਨਾਂ ਨੂੰ ਰੋਕਣਾ ਚਾਹਿਆ ਵੀ ਤੁਸੀਂ ਕੌਣ ਹੋ, ਅੱਧੀ ਰਾਤ ਨੂੰ ਕਿੱਧਰ ਆ ਰਹੇ ਹੋ, ਤੇ ਧਿਆਨ ਸਿੰਘ ਡੋਗਰੇ ਨੇ ਉਹਨਾਂ ਦੀ ਗੱਲ ਦਾ ਜਵਾਬ ਤਲਵਾਰ ਦੇ ਨਾਲ ਦਿੱਤਾ, ਉਹਨਾਂ ਦੋਵਾਂ ਦਾ ਕਤਲ ਕੀਤਾ ਗਿਆ। ਜਦੋਂ ਅੱਗੇ ਜਾਣ ਲੱਗੇ, ਖੜਕ ਸਿੰਘ ਦਾ ਗੜਵਈ ਜਾਂ ਸੈਕਟਰੀ ਕਹਿ ਸਕਦੇ ਆ, ਉਸ ਨੂੰ ਪਤਾ ਚੱਲਿਆ ਵੀ ਕੋਈ ਬੰਦੇ ਹੈ ਜਿਹੜੇ ਰਾਜ ਮਹਿਲਾਂ ਦੇ ਵਿੱਚ ਆ ਗਏ ਹੈ, ਪਤਾ ਨਹੀਂ ਕੌਣ ਹੈ। ਉਹਦੇ ਵੱਲੋਂ ਰੌਲਾ ਪਾਇਆ ਗਿਆ, ਜਦੋਂ ਉੱਚੀ ਦੇ ਨੇ ਪੁੱਛਿਆ ਗਿਆ ਵੀ ਤੁਸੀਂ ਕੌਣ ਹੋ, ਕਿੱਧਰ ਜਾ ਰਹੇ ਹੋ। ਧਿਆਨ ਸਿੰਘ ਨੇ ਕੀ ਕੀਤਾ, ਉਹਦੇ ਫਾਇਰ ਮਾਰ ਦਿੱਤਾ। ਇਹਦੇ ਕੋਲ ਬੰਦੂਕ ਸੀ ਵੀ ਤਾਂ ਕਿ ਹੋਰ ਰੌਲਾ ਨਾ ਪਵੇ। ਜਦੋਂ ਫਾਇਰ ਚੱਲਿਆ, ਗੋਲੀ ਚੱਲੀ, ਖੜਕਾ ਹੋਇਆ, ਖੜਕ ਸਿੰਘ ਬਾਦਸ਼ਾਹ ਨੂੰ ਪਤਾ ਚੱਲਿਆ ਵੀ ਬਾਹਰ ਗੋਲੀ ਚੱਲ ਗਈ ਹੈ, ਵੀ ਕੋਈ ਨਾ ਕੋਈ ਘਟਨਾ ਤਾਂ ਵਾਪਰੀ ਹੈ। ਉਹ ਜਾਗ ਪਿਆ, ਸੁਚੇਤ ਹੋ ਗਿਆ, ਤੇ ਚੇਤ ਸਿੰਘ ਬਾਜਵਾ ਉਹ ਵੀ ਉਹਦੇ ਕੋਲ ਸੁੱਤਾ ਪਿਆ ਸੀ, ਉਹ ਉੱਠ ਕੇ ਹੇਠਾਂ ਭੋਰੇ ਦੇ ਵਿੱਚ ਲੁਕ ਗਿਆ। ਹੇਠਾਂ ਭੋਰੇ ਬਣੇ ਹੋਏ ਸਨ ਰਾਜ ਉਸ ਲਾਹੌਰ ਦਰਬਾਰ ਦੇ ਕਿਲੇ ਦੇ ਵਿੱਚ, ਹੇਠਾਂ ਲੁਕ ਗਿਆ। ਆਖਰ ਚੇਤ ਸਿੰਘ ਇਹ ਧਿਆਨ ਸਿੰਘ ਡੋਗਰਾ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਅੰਦਰ ਚਲਿਆ ਗਿਆ। ਖੜਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਾਤ ਨੂੰ।
ਤੇ ਚੇਤ ਸਿੰਘ ਬਾਜਵਾ ਨੂੰ ਭੋਰੇ ਦੇ ਵਿੱਚੋਂ ਲੱਭ ਕੇ ਬਾਹਰ ਲਿਆਂਦਾ ਗਿਆ ਖੜਕ ਸਿੰਘ ਦੇ ਸਾਹਮਣੇ। ਖੜਕ ਸਿੰਘ ਨੇ ਵੀ ਮਿੰਨਤਾਂ ਕੀਤੀਆਂ, ਬਾਦਸ਼ਾਹ ਨੇ ਵੀ, ਧਿਆਨ ਸਿਓ ਡੋਗਰੇ ਤੁਸੀਂ ਇਹ ਚੰਗੀ ਨਹੀਂ ਕਰ ਰਹੇ। ਚੇਤ ਸਿੰਘ ਬਾਜਵਾ ਨੇ ਵੀ ਤਰਲੇ ਕੀਤੇ, ਲੇਕਿਨ ਖੜਕ ਸਿੰਘ ਬਾਦਸ਼ਾਹ ਦੇ ਸਾਹਮਣੇ ਉਹਦੇ ਸਲਾਹਕਾਰ ਦਾ, ਉਹਦੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਗਿਆ, ਚੇਤ ਸਿੰਘ ਬਾਜਵਾ ਦਾ। ਤੇ ਖੜਕ ਸਿੰਘ ਬਾਦਸ਼ਾਹ ਨੂੰ ਜੇਲ੍ਹ ਦੇ ਵਿੱਚ ਬੰਦੀ ਬਣਾ ਕੇ ਉਸ ਨੂੰ ਜੋ ਕਿ ਕੈਦ ਕਰ ਲਿਆ ਗਿਆ, ਧਿਆਨ ਸਿਓ ਡੋਗਰੇ ਦੇ ਵੱਲੋਂ। ਤੇ ਨਾਲ ਇਹ ਸੰਧਾ ਵਾਲੀਏ ਪਰਿਵਾਰ ਦੇ ਮੈਂਬਰ ਉਹਨੇ ਗੰਢੇ ਹੋਏ ਐ। ਚੰਦ ਕੌਰ ਜੋ ਪਤਨੀ ਹੈ ਖੜਕ ਸਿੰਘ ਬਾਦਸ਼ਾਹ ਦੀ, ਉਹ ਵੀ ਧਿਆਨ ਸਿਉਂ ਦੇ ਨਾਲ ਸਹਿਮਤ ਹੈ। ਉਹਦੇ ਮਨ ਵਿੱਚ ਇਹ ਲਾਲਚ ਆ ਵੀ ਚਲੋ ਮੇਰਾ ਪਤੀ ਤੇ ਮੇਰਾ ਭਰਾ ਰਲ ਕੇ ਸਿੱਖ ਰਾਜ ਨੂੰ ਵੇਚ ਰਹੇ ਸਨ, ਅਸੀਂ ਰੋਕ ਲਿਆ ਤੇ ਬਾਦਸ਼ਾਹ ਮੇਰੇ ਪੁੱਤਰ ਨੇ ਬਣ ਜਾਣਾ, ਕੋਈ ਨੁਕਸਾਨ ਵਾਲੀ ਗੱਲ ਨਹੀਂ। ਉਹ ਇਸ ਭੁਲੇਖੇ ਦੇ ਵਿੱਚ ਹੈ। ਅਕਤੂਬਰ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਬਾਦਸ਼ਾਹ ਦੇ ਅਕਾਲ ਚਲਾਣੇ ਤੋਂ 3 ਮਹੀਨਿਆਂ ਦੇ ਬਾਅਦ ਖੜਕ ਸਿੰਘ ਬਾਦਸ਼ਾਹ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। 3 ਮਹੀਨੇ ਹੀ ਇਹ ਬਾਦਸ਼ਾਹ ਰਿਹਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਤੇ ਇਹਦੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਗਿਆ। ਸੋ ਅਗਲੀਆਂ ਵਿਚਾਰਾਂ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।